डियर स्टूडेंट्स गुड मॉर्निंग। अज असी इकनॉमिक्स का जोड़ा है वो काम शुरू करन जा रहे हैं। पहला मैं तुहानू पिछली वीडियो दे विच इकनॉमिक्स की इंट्रोडक्शन दिती सीगी कि इकनॉमिक्स जोड़ा है वो किवें आपां पढ़ना है, की चीज़ां हुंदियां ने। उहदे विच ओरली तुहानू दस्सिया सीगा, जस्ट इनफॉर्मेशन दिती सीगी कि इकनॉमिक्स की हुंदी है। ते हुण आपां सिलेबस जोड़ा है वो शुरू करांगे। जनरली पहला असी ये पढ़ांगे कि इकनॉमिक्स की हुंदी है। इकनॉमिक्स इज़ आ साइंस ऑफ ह्यूमन बिहेवियर कंसर्नड विद द एलोकेशन ऑफ स्केयर मीनस और रिसोर्सिस। कहते इकनॉमिक्स जिहड़ी है ह्यूमन बिहेवियर की तरह की साइंस हुंदी है, जिहड़ी कि कंसर्नड करती है स्केयर रिसोर्सिस या ਜਿਹੜੇ ਸਾਡੇ ਸਕੇਅਰ ਮੀਨਸ ਆਫ ਰਿਸੋਰਸਿਸ ਹੁੰਦੇ ਨੇ ਉਹਨਾਂ ਦੀ ਐਲੋਕੇਸ਼ਨ ਕਿਵੇਂ ਕੀਤੀ ਜਾਂਦੀ ਹੈ। ਹੁਣ ਦੇਖੋ ਸਕੇਅਰ ਰਿਸੋਰਸਿਸ ਉਹ ਰਿਸੋਰਸਿਸ ਹੁੰਦੇ ਨੇ ਜਿਹੜੇ ਰਿਸੋਰਸਿਸ ਜਲਦੀ ਖਤਮ ਹੋਣ ਵਾਲੇ ਰਿਸੋਰਸਿਸ ਹੁੰਦੇ ਨੇ। ਸਕੇਅਰ ਹੈ ਮਤਲਬ ਘੱਟ ਰਿਸੋਰਸਿਸ ਹੈ। ਅਸੀਂ ਘੱਟ ਰਿਸੋਰਸਿਸ ਯੂਜ਼ ਕਰਕੇ ਕਿੱਦਾਂ ਵਧੀਆ ਜਿਹੜਾ ਹੈ ਉਹ ਕੰਮ ਕਰ ਸਕਦੇ ਹਾਂ, ਉਹਨਾਂ ਦਾ ਵਧੀਆ ਯੂਟੀਲਾਈਜੇਸ਼ਨ ਕਿੱਦਾਂ ਕਰ ਸਕਦੇ ਹਾਂ, ਉਹ ਸਾਨੂੰ ਇਕਨੋਮਿਕਸ ਦੇ ਵਿੱਚ ਪਤਾ ਲੱਗਦਾ ਹੈ। ਹਿਊਮਨ ਦੇ ਬਿਹੇਵੀਅਰ ਬਾਰੇ ਪਤਾ ਲੱਗਦਾ ਹੈ ਸਾਨੂੰ ਇਕਨੋਮਿਕਸ ਦੇ ਵਿੱਚ। ਜਿਹੜੀ ਸਾਡੀ ਇਕਨੋਮਿਕਸ ਹੈ ਇਹ ਇਕੋਨਮੀ ਨਾਲ ਡੀਲ ਕਰਦੀ ਹੈ, ਅਰਥ ਵਿਵਸਥਾ ਨਾਲ ਡੀਲ ਕਰਦੀ ਹੈ। ਅਰਥ ਵਿਵਸਥਾ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ, ਅਰਥ ਵਿਵਸਥਾ ਦੇ ਵਿੱਚ ਜੋ ਵੀ ਵੇਰੀਏਬਲਸ ਕੰਮ ਕਰਦੇ ਨੇ ਉਹਨਾਂ ਸਾਰਿਆਂ ਬਾਰੇ ਸਾਨੂੰ ਇਕਨੋਮਿਕਸ ਦੇ ਵਿੱਚ ਪਤਾ ਚੱਲਦਾ। ਨੈਕਸਟ देखो देयर आर मेनली 2 ब्रांचेस ऑफ इकनॉमिक्स। इकनॉमिक्स दियाँ साडे कोल मेनली 2 ब्रांचेस है जिन्हां दी असीं उस दिन भी गल कीती सीगी, माइक्रो इकनॉमिक्स ते मैक्रो इकनॉमिक्स। देखो माइक्रो इकनॉमिक्स डील विद स्मॉल पार्ट्स ऑफ द इकोनॉमी। माइक्रो इकनॉमिक्स साडी इकोनॉमी दी साडी अर्थ व्यवस्था दी छोटे पद्धर जिहड़े स्मॉल पार्ट्स है उन्हां दे नाल डील करदा है। ਤੇ ਮੈਕਰੋ ਇਕਨੋਮਿਕਸ ਡੀਲ ਵਿਦ ਦੀ ਫੰਕਸ਼ਨਿੰਗ ਆਫ ਇਕਨੋਮਿਕ ਸਿਸਟਮ ਐਜ਼ ਅ ਹੋਲ। ਤੇ ਮੈਕਰੋ ਇਕਨੋਮਿਕਸ ਜਿਹੜਾ ਹੈ ਇਹ ਸਾਡੀ ਇਕੋਨਮੀ ਦੇ ਸਿਸਟਮ ਦੀ ਜਿਹੜੀ ਫੰਕਸ਼ਨਿੰਗ ਹੁੰਦੀ ਹੈ, ਕੰਮ ਹੁੰਦਾ ਹੈ, ਉਹਨੂੰ ਐਜ਼ ਅ ਹੋਲ ਪੂਰੇ ਤੌਰ 'ਤੇ ਸਮੁੱਚੇ ਤੌਰ 'ਤੇ ਜਿਹੜਾ ਹੈ ਉਹ ਉਹਦੇ ਵਿੱਚ ਡੀਲ ਕਰਦਾ ਹੈ। ਸਾਰੀ ਇਕੋਨਮੀ ਦੀ ਸਟੱਡੀ ਜਿਹੜੀ ਆ ਉਹ ਮੈਕਰੋ ਇਕਨੋਮਿਕਸ ਦੇ ਵਿੱਚ ਕੀਤੀ ਜਾਂਦੀ ਹੈ। ਮੈਕਰੋ ਇਕਨੋਮਿਕਸ ਇੱਕ ਵੱਡਾ ਪਾਰਟ ਹੈ ਇਕਨੋਮਿਕਸ ਦਾ ਤੇ ਮਾਈਕਰੋ ਇਕਨੋਮਿਕਸ ਇੱਕ ਛੋਟਾ ਪਾਰਟ ਹੈ। ਹੁਣ ਦੇਖੋ ਨੈਕਸਟ ਹੈ ਸਾਡੇ ਕੋਲ ਮਾਈਕਰੋ ਇਕਨੋਮਿਕਸ ਦਾ ਮੀਨਿੰਗ। ਹੁਣ ਦੇਖੋ ਮੈਂ ਤੁਹਾਨੂੰ ਇਸ ਪੈਟਰਨ ਦੇ ਵਿੱਚ ਇਸ ਕਰਕੇ ਸਮਝਾ ਰਹੀ ਹਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਆਪਾਂ ਇਕਨੋਮਿਕਸ ਦਾ ਕੁਐਸਚਨ ਕਿਵੇਂ ਲਿਖਣਾ ਹੁੰਦਾ ਹੈ ਪੇਪਰ ਦੇ ਵਿੱਚ। ਬੇਟਾ ਇਕਨੋਮਿਕਸ ਜਿਹੜਾ ਸਾਡਾ ਸਬਜੈਕਟ ਹੈ ਇਹਦੇ ਵਿੱਚ ਅਸੀਂ ਟੂ ਦੀ ਪੁਆਇੰਟ ਗੱਲ ਕਰਨੀ ਹੁੰਦੀ ਹੈ। ਬਹੁਤ ਹੀ ਸੋਚ ਕੇ ਜਿਹੜਾ ਇਹਦੇ ਵਿੱਚ ਲਿਖਣਾ ਪੈਂਦਾ ਹੈ ਸਾਨੂੰ। ਇੱਕ ਤਰੀਕਾ ਹੁੰਦਾ ਹੈ ਇਕਨੋਮਿਕਸ ਦੇ ਵਿੱਚ ਕੁਐਸਚਨ ਲਿਖਣ ਦਾ, ਜਿਹਦੇ ਵਿੱਚ ਅਸੀਂ ਇੰਟਰੋਡਕਸ਼ਨ, ਮੀਨਿੰਗ, ਡੈਫੀਨੇਸ਼ਨ ਅਤੇ ਕਨਕਲੂਜ਼ਨ ਵਗੈਰਾ ਇਨਕਲੂਡ ਕਰਨੇ ਹੁੰਦੇ। ਉਹ ਮੈਂ ਨੈਕਸਟ ਤੁਹਾਨੂੰ ਦੱਸੀ ਜਾਵਾਂਗੀ ਕਿਵੇਂ ਲਿਖਣਾ ਹੈ। ਅਤੇ ਅੱਜ ਜਿਵੇਂ ਮੈਂ ਤੁਹਾਨੂੰ ਇਹ ਨੋਟਸ ਬਣਾ ਕੇ ਦੱਸੇ ਹੈ ਕਿ ਆਪਾਂ ਪਹਿਲਾਂ ਇਕਨੋਮਿਕਸ ਦਾ ਮੀਨਿੰਗ ਲਿਖਿਆ, ਫਿਰ ਉਹਦੀਆਂ 2 ਟਾਈਪਸ ਲਿਖੀਆਂ ਹੈ, ਫਿਰ ਇਕੱਲੀ ਟਾਈਪ ਦਾ ਮੀਨਿੰਗ ਔਰ ਆਪਾਂ ਡੈਫੀਨੇਸ਼ਨ ਜਿਹੜੀ ਹੈ ਉਹ ਦਿੱਤੀ ਹੈ। ਇਸ ਤਰੀਕੇ ਨਾਲ ਜਿਹੜਾ ਹੈ ਤੁਸੀਂ ਆਪਣੀ ਕਾਪੀ ਦੇ ਉੱਤੇ, ਨੋਟਬੁੱਕ ਦੇ ਉੱਤੇ ਜਿਹੜਾ ਇਕਨੋਮਿਕਸ ਦਾ ਕੰਮ ਹੈ ਉਹਨੂੰ ਸ਼ੁਰੂ ਕਰਨਾ ਹੈ। ਅਤੇ ਇੱਦਾਂ ਹੀ ਨੈਕਸਟ ਜਿਹੜਾ ਹੈ ਉਹ ਕੰਮ ਸ਼ੁਰੂ ਕਰਦੇ ਜਾਣਾ ਹੈ। ਅਤੇ ਜਦੋਂ ਵੀ ਐਗਜ਼ਾਮ ਹੁੰਦੇ ਹੈ ਐਗਜ਼ਾਮ ਦੇ ਵਿੱਚ ਤੁਸੀਂ ਐਜ਼ ਇਟ ਇਜ਼ ਲਿਖਣਾ ਹੈ। ਵਰਡਿੰਗ ਐਜ਼ ਇਟ ਇਜ਼ ਨਹੀਂ ਹੋ ਸਕਦੀ, ਵਰਡਿੰਗ ਚੇਂਜ ਹੋ ਸਕਦੀ ਹੈ, ਬਟ ਜਿਹੜਾ ਲਿਖਣ ਦਾ ਪੈਟਰਨ ਹੈ ਉਹ ਇਹੀ ਹੋਣਾ ਚਾਹੀਦਾ। ਠੀਕ ਹੈ ਬੇਟਾ, ਪੜ੍ਹਦੇ ਹਾਂ ਅੱਗੇ। ਮਾਈਕਰੋ ਇਕਨੋਮਿਕਸ। The word micro has been derived from Greek word micros which means small। ਕਹਿੰਦੇ ਜਿਹੜਾ ਵਰਡ ਮਾਈਕਰੋ ਹੈ ਉਹ ਕਿੱਥੋਂ ਲਿਆ ਗਿਆ ਹੈ? ਗ੍ਰੀਕ ਭਾਸ਼ਾ ਦੇ ਵਰਡ ਤੋਂ ਲਿਆ ਗਿਆ ਹੈ, ਜਿਹੜਾ ਗ੍ਰੀਕ ਭਾਸ਼ਾ ਦੇ ਮੈਕਰੋਜ਼ ਵਰਡ ਤੋਂ ਲਿਆ ਗਿਆ ਹੈ, ਜਿਹਦਾ ਮੀਨਿੰਗ ਹੈ ਸਮੋਲ। ਮਾਈਕਰੋ ਇਕਨੋਮਿਕਸ ਡੀਲ ਵਿਦ ਦੀ ਇਕਨੋਮਿਕ ਐਕਟੀਵਿਟੀਜ਼ ਆਫ ਇੰਡੀਵਿਜੂਅਲ ਯੂਨਿਟਸ। इट स्टडी दी इक्विलिब्रियम ऑफ वन कंज्यूमर, वन प्रोड्यूसर और वन फर्म। कहते माइक्रो इकनॉमिक्स जिहड़ा है साडियां इकनॉमिक एक्टिविटीज़ जिहड़ियां उन्होंने व्यक्तिगत पद्धर दे उत्ते सॉल्व करता है। जिहड़ियां साडियां एक्टिविटीज़ हुंदियां ने इकनॉमिक्स दियां, ते स्टडी करता है एक कंज्यूमर दी, एक प्रोड्यूसर दी, एक फर्म दी।
मतलब एक जिहड़ा साडा उपभोगता है, एक साडा उत्पादक है, या कोई एक साडी फर्म है, ਉਹਦੇ ਬਾਰੇ स्टडी ਜਿਹੜੀ है माइक्रो इकनॉमिक्स ਦੇ ਵਿੱਚ ਕੀਤੀ ਜਾਂਦੀ है। नैक्सट है साडे कोल डेफिनेशन, माइक्रो इकनॉमिक्स की डेफिनेशन ਦੇ ਵਿੱਚ देखो अकॉर्डिंग टू पेंगुइन डिक्शनरी ऑफ इकनॉमिक्स, पेंगुइन डिक्शनरी ऑफ इकनॉमिक्स ਦੇ अकॉर्डिंग माइक्रो इकनॉमिक्स इज द स्टडी ऑफ इकनॉमिक्स एट द लेवल ऑफ इंडिविजुअल कंज्यूमर, ग्रुप ऑफ कंज्यूमर्स और फर्म्स। ਕਹਿੰਦੇ ਮਾਈਕਰੋ ਇਕਨੋਮਿਕਸ ਜਿਹੜਾ ਹੈ ਉਹ ਸਟੱਡੀ ਹੈ ਇਕਨੋਮਿਕਸ ਦੀ ਜਿਹਦੇ ਵਿੱਚ ਇੰਡੀਵਿਜੂਅਲ ਕੰਜ਼ਿਊਮਰ, ਗਰੁੱਪ ਆਫ ਕੰਜ਼ਿਊਮਰ ਤੇ ਫਰਮ ਦੀ ਜਿਹੜੀ ਹੈ ਉਹ ਸਟੱਡੀ ਕੀਤੀ ਜਾਂਦੀ ਹੈ। ਠੀਕ ਹੈ ਬੇਟਾ। ਨੈਕਸਟ ਹੈ ਸਾਡੇ ਕੋਲ ਮੈਕਰੋ ਇਕਨੋਮਿਕਸ। ਮੈਕਰੋ ਇਕਨੋਮਿਕਸ ਦੇਖੋ the word macroeconomics has been derived from Greek word macros which means large। देखो ਜਿਹੜਾ ਸਾਡਾ ਮੈਕਰੋ ਵਰਡ ਹੈ ਉਹ ਵੀ ਗ੍ਰੀਕ ਭਾਸ਼ਾ ਦੇ ਵਰਡ ਤੋਂ ਲਿਆ ਗਿਆ ਹੈ ਮੈਕਰੋਸ। ਜਿਹੜਾ ਸਾਡਾ ਮਾਈਕਰੋ ਵਰਡ ਹੈ ਇਹ ਵੀ ਗ੍ਰੀਕ ਭਾਸ਼ਾ ਦੇ ਵਰਡ ਤੋਂ ਲਿਆ ਗਿਆ ਹੈ ਮਾਈਕਰੋਸ ਤੋਂ। ਠੀਕ ਹੈ। ਮੈਕਰੋਸ ਦਾ ਮਤਲਬ ਹੁੰਦਾ ਹੈ ਲਾਰਜ, ਮੈਕਰੋਸ ਵਿਚ ਮੀਨਸ ਲਾਰਜ मतलब ਵੱਡਾ ਹਿੱਸਾ। ਮੈਕਰੋ ਇਕਨੋਮਿਕਸ ਸਟੱਡੀਜ਼ ਇਕਨੋਮਿਕ ਯੂਨਿਟਸ ਫਰੋਮ ਦੀ ਐਗਰੀਗੇਟਿਵ ਆਸਪੈਕਟਸ। ਐਗਰੀਗੇਟ मतलब ਕੁੱਲ, ਸਾਰਿਆਂ ਨੂੰ ਅਸੀਂ ਕੁੱਲ ਲੈ ਕੇ ਚੱਲਣਾ ਹੈ, ਐਗਰੀਗੇਟ ਲੈ ਕੇ ਚੱਲਣਾ ਹੈ। ਮੈਕਰੋ ਇਕਨੋਮਿਕਸ ਇਜ਼ ਰਿਲੇਟਡ ਵਿਦ ਦੀ ਹੋਲ ਆਫ ਦੀ ਇਕੋਨਮੀ। ਮੈਕਰੋ ਇਕਨੋਮਿਕਸ ਜਿਹੜਾ ਹੈ ਸਾਡਾ ਉਹ ਪੂਰੀ ਇਕੋਨਮੀ ਦੇ ਵਿੱਚ ਡੀਲ ਕਰਦਾ ਹੈ, ਇਕੋਨਮੀ ਨੂੰ ਇੱਕ ਮੰਨ ਕੇ ਚੱਲਦਾ ਹੈ, ਸਾਰੀ ਇਕੋਨਮੀ ਦੇ ਲਈ ਇਕਨੋਮਿਕ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਸੋਲਵ ਕਰਦਾ ਹੈ। It studies economic variables and economic problems related with the whole of the economy। जिन्ने भी साढ़े economy ਦੇ variables है या economy ਦੀਆਂ problems है ਉਹ सारी economy ਦੀਆਂ problems ਜਿਹੜੀਆਂ ਹੈ ਉਹਨਾਂ ਨੂੰ solve ਕਰਦਾ ਹੈ macro economics। definition है according to Edward Sparrow, macroeconomics deals with the functioning of economy as a whole। ਇਕੋਨਮੀ ਨੂੰ ਐਜ਼ ਆ ਹੋਲ ਸਮੁੱਚੇ ਪੱਧਰ ਦੇ ਉੱਤੇ ਇਕੋਨਮੀ ਦੀ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਦਾ ਹੈ। ਮੈਕਰੋ ਇਕਨੋਮਿਕਸ ਦਾ ਇਹ ਕੰਮ ਹੁੰਦਾ ਹੈ ਕਿ ਇਕੋਨਮੀ ਨੂੰ ਐਜ਼ ਆ ਹੋਲ ਲੈ ਕੇ ਚੱਲਣਾ, ਸਮੁੱਚੇ ਤੌਰ ਦੇ ਉੱਤੇ ਲੈ ਕੇ ਚੱਲਣਾ ਹੈ। ਠੀਕ ਹੈ ਬੇਟਾ। ਇਹ ਸੀਗਾ ਸਾਡੇ ਕੋਲ ਇਕਨੋਮਿਕਸ ਕੀ ਹੁੰਦਾ ਹੈ, ਕਿਹੜੀਆਂ ਇਹਦੀਆਂ ਦੋ ਬ੍ਰਾਂਚਿਸ ਹੈ, ਬ੍ਰਾਂਚਿਸ ਦੀ ਆਪਾਂ ਮੀਨਿੰਗ ਦਿੱਤਾ ਹੈ, ਫਿਰ ਇੱਕ ਡੈਫੀਨੇਸ਼ਨ ਦਿੱਤੀ ਹੈ। ਮੈਕਰੋ ਇਕਨੋਮਿਕਸ ਵੀ ਸੈਕੰਡਰੀ ਦੀ ਬ੍ਰਾਂਚ ਹੁੰਦੀ ਹੈ, ਇਹਦਾ ਮੀਨਿੰਗ ਦਿੱਤਾ ਹੈ ਅਤੇ ਡੈਫੀਨੇਸ਼ਨ ਦਿੱਤੀ ਹੈ। ਇਸੇ ਤਰੀਕੇ ਦੇ ਨਾਲ ਇਹ ਹੁਣ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ। ਜਿਹੜੇ ਪੰਜਾਬੀ, ਜਿਨ੍ਹਾਂ ਨੇ ਪੰਜਾਬੀ ਮੀਡੀਅਮ ਰੱਖਿਆ ਹੋਇਆ ਸਟੂਡੈਂਟਸ ਨੇ, ਉਹਨਾਂ ਨੇ ਵੀ ਇੱਦਾਂ ਹੀ ਆਪਣੇ ਨੋਟਸ ਜਿਹੜੇ ਆ ਉਹ ਪ੍ਰਪੇਅਰ ਕਰਨੇ ਆ। ਮੈਂ ਉਹਨਾਂ ਨੂੰ ਮਟੀਰੀਅਲ ਭੇਜ ਦਾਂਗੀ, ਮੀਨਿੰਗ, ਬ੍ਰਾਂਚਿਸ, ਮੀਨਿੰਗ, ਬ੍ਰਾਂਚਿਸ ਦੇ ਜਿਹੜੇ ਮੀਨਿੰਗ ਹੈ ਉਹ ਪਲੱਸ ਇੱਕ ਡੈਫੀਨੇਸ਼ਨ ਅਤੇ ਮੀਨਿੰਗ। ਇੱਦਾਂ ਹੀ ਜਿਹੜਾ ਹੈ ਤੁਸੀਂ ਕੁਐਸਚਨ ਨੂੰ ਲਿਖਣਾ ਹੈ। ਕੁਐਸਚਨ ਦੇਖੋ ਬੇਟਾ ਪੇਪਰ ਦੇ ਵਿੱਚ ਮੈਟਰ ਕਰਦਾ ਹੈ ਕਿ ਤੁਹਾਡੀ ਪ੍ਰੈਜੈਂਟੇਸ਼ਨ ਕਿੱਦਾਂ ਦੀ ਹੁੰਦੀ ਹੈ। ਅਗਰ ਤੁਸੀਂ ਪੇਪਰ ਦੇ ਵਿੱਚ ਪ੍ਰੈਜੈਂਟੇਸ਼ਨ ਅੱਛੀ ਕਰਦੇ ਹੋ ਤਾਂ ਤੁਹਾਡੇ ਮਾਰਕਸ ਵੀ ਜਿਹੜੇ ਆ ਉਹ ਅੱਛੇ ਆਉਂਦੇ ਆ। ਇਸ ਲਈ ਅਸੀਂ ਹੁਣ ਤੋਂ ਹੀ +1 ਤੋਂ ਹੀ ਤਿਆਰੀ ਕਰਨੀ ਹੈ ਕਿ ਆਪਾਂ ਜਦੋਂ ਬੋਰਡ ਦੇ ਐਗਜ਼ਾਮ ਦੇਣੇ ਹੈ ਤਾਂ ਜਿਹੜਾ ਸਾਡਾ ਲਿਖਿਆ ਹੋਇਆ ਹੈ, ਸਾਡੀ ਪ੍ਰੈਜੈਂਟੇਸ਼ਨ ਹੈ ਇੱਦਾਂ ਦੀ ਬਣ ਜੇ ਕਿ ਐਗਜ਼ਾਮੀਨਰ ਸਾਡੇ ਮਾਰਕਸ ਜਿਹੜੇ ਆ ਉਹ ਕੱਟ ਹੀ ਨਾ ਸਕੇ। ਹੁਣ ਤੋਂ ਹੀ ਤੁਸੀਂ ਜਿਹੜੇ ਆਪਣੇ ਨੋਟਸ ਹੈ ਉਹ +2 ਲੈਵਲ ਦੇ ਨਾਲ ਬਣਾਉਣੇ ਸ਼ੁਰੂ ਕਰਦੇ ਨੇ। ਠੀਕ ਹੈ ਬੇਟਾ। ਅਤੇ ਅੱਜ ਇਹ ਕੰਮ ਜਿਹੜਾ ਹੈ ਤੁਸੀਂ ਨੋਟ ਕਰ ਲੈਣਾ ਹੈ। ਨੈਕਸਟ ਕੰਟੀਨਿਊ ਕਰਾਂਗੇ ਆਪਾਂ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸਟੂਡੈਂਟਸ।